ओम शांति। आज सुनते हाँ 22 जुलाई 2021 ਦੇ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ ਵ੍ਰਿਕਸ਼ਪਤੀ ਬਾਪ ਨੇ ਤੁਸੀਂ ਬੱਚਿਆਂ ਤੇ ਬ੍ਰਹਸਪਤੀ ਦੀ ਦਸ਼ਾ ਬਿਠਾਈ ਹੈ। ਹੁਣ ਤੁਸੀਂ ਅਵਿਨਾਸ਼ੀ ਸੁਖ ਦੀ ਦੁਨੀਆ ਵਿੱਚ ਜਾ ਰਹੇ ਹੋ। ਪ੍ਰਸ਼ਨ ਹੈ, ਅਵਿਨਾਸ਼ੀ ਬ੍ਰਹਸਪਤੀ ਦੀ ਦਸ਼ਾ ਕਿੰਨਾ ਬੱਚਿਆਂ ਤੇ ਬੈਠਦੀ ਹੈ? ਉਹਨਾਂ ਦੀ ਨਿਸ਼ਾਨੀ ਕੀ ਹੋਵੇਗੀ? ਉੱਤਰ, ਜੋ ਜਿਉਂਦੇ ਜੀ ਦੇ ਸਾਰੇ ਸੰਬੰਧਾਂ ਨੂੰ ਤਿਆਗ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰਦੇ ਨੇ, ਐਵੇਂ ਨਿਸ਼ਚੈ ਆਤਮਿਕ ਬੁੱਧੀ ਵਾਲੇ ਬੱਚਿਆਂ ਨੂੰ ਬ੍ਰਹਸਪਤੀ ਦੀ ਦਸ਼ਾ ਬੈਠਦੀ ਹੈ। ਉਹਨਾਂ ਦੇ ਸੁਖ ਦਾ ਗਾਇਨ ਹੈ ਕਿ ਅਤੀ ਇੰਦਰੀय ਸੁਖ ਪੁੱਛਣਾ ਹੋਏ ਤਾਂ ਗੋਪ ਗੋਪੀਆਂ ਤੋਂ ਪੁੱਛੋ, ਉਹਨਾਂ ਦੀ ਖੁਸ਼ੀ ਕਦੇ ਗੁੰਮ ਨਹੀਂ ਹੋ ਸਕਦੀ। ਗੀਤ ਹੈ ਓਮ ਨਮੋ ਸ਼ਿਵਾਏ। ਓਮ ਸ਼ਾਂਤੀ। ਬੱਚਿਆਂ ਨੇ ਬਾਪ ਦੀ ਮਹਿਮਾ ਸੁਣੀ। ਅੱਜ ਦੇ ਦਿਨ ਨੂੰ ਕਿਹਾ ਜਾਂਦਾ ਹੈ ਵ੍ਰਿਕਸ਼ਪਤੀ ਡੇ, ਜਿਸ ਨੂੰ ਮਿਲਾ ਕੇ ਕਹਿੰਦੇ ਨੇ ਬ੍ਰਹਸਪਤੀ। ਇਸ ਨੂੰ ਗੁਰੂਵਾਰ ਵੀ ਕਿਹਾ ਜਾਂਦਾ ਹੈ। ਨਾ ਸਿਰਫ ਗੁਰੂਵਾਰ ਪਰ 7 ਗੁਰੂਵਾਰ ਬੰਗਾਲ ਵਿੱਚ ਬਹੁਤ ਮੰਨਦੇ ਨੇ। ਗਾਇਆ ਜਾਂਦਾ ਹੈ ਮਨੁੱਖ ਸ੍ਰਿਸ਼ਟੀ ਦਾ ਬੀਜ ਰੂਪ। ਇਸ ਲਈ ਵ੍ਰਿਕਸ਼ਪਤੀ ਕਹਿੰਦੇ ਨੇ। ਬੀਜ ਠਹਿਰਿਆ ਨਾ ਤਾਂ ਪਤੀ ਵੀ ਠਹਿਰਿਆ। ਵ੍ਰਿਕਸ਼ ਦੇ ਬੀਜ ਨੂੰ ਬਾਪ ਕਹਾਂਗੇ। ਉਹਨਾਂ ਤੋਂ ਵ੍ਰਿਕਸ਼ ਉਤਪੰਨ ਹੁੰਦਾ ਹੈ। ਇਹ ਹੈ ਮਨੁੱਖ ਸ੍ਰਿਸ਼ਟੀ ਰੂਪੀ ਝਾੜ। ਇਹਨਾਂ ਦਾ ਬੀਜ ਉੱਪਰ ਵਿੱਚ ਹੈ, ਤੁਸੀਂ ਜਾਣਦੇ ਹੋ। ਅਸੀਂ ਬੱਚਿਆਂ ਤੇ ਹੁਣ ਅਵਿਨਾਸ਼ੀ ਵ੍ਰਿਕਸ਼ਪਤੀ ਦੀ ਦਸ਼ਾ ਹੈ, ਕਿਉਂਕਿ ਅਵਿਨਾਸ਼ੀ ਸਵਰਾਜਯ ਮਿਲ ਰਿਹਾ ਹੈ। ਸਤਯੁਗ ਨੂੰ ਕਿਹਾ ਜਾਂਦਾ ਹੈ ਅਵਿਨਾਸ਼ੀ ਸੁਖ ਧਾਮ। ਕਲਯੁਗ ਨੂੰ ਕਿਹਾ ਜਾਂਦਾ ਹੈ ਵਿਨਾਸ਼ੀ ਦੁੱਖ ਧਾਮ। ਹੁਣ ਦੁੱਖ ਧਾਮ ਦਾ ਵਿਨਾਸ਼ ਹੋਣਾ ਹੈ। ਸੁਖ ਧਾਮ ਅਵਿਨਾਸ਼ੀ ਹੈ। ਅੱਧਾ ਕਲਪ ਚਲਦਾ ਹੈ। ਜੋ ਅੱਧਾ ਕਲਪ ਅਵਿਨਾਸ਼ੀ ਵ੍ਰਿਕਸ਼ਪਤੀ ਸਥਾਪਨ ਕਰ ਰਹੇ ਨੇ, ਜੋ ਅੱਧਾ ਕਲਪ ਦੇ ਲਈ ਅਵਿਨਾਸ਼ੀ ਵ੍ਰਿਕਸ਼ਪਤੀ ਬਾਪ ਸਥਾਪਨ ਕਰ ਰਹੇ ਨੇ। ਬੱਚਿਆਂ ਨੂੰ ਸਰਵਿਸ ਦੇ ਲਈ ਪੁਆਇੰਟ ਨੋਟ ਕਰਨੀ ਹੈ। ਪ੍ਰਦਰਸ਼ਨੀ ਵਿੱਚ ਇਹ ਪੁਆਇੰਟ ਮੁੱਖ ਸਮਝਾਉਂਦੇ ਨੇ, ਕਿਉਂਕਿ ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ। ਬਰੋਬਰ ਇਹੀ ਗਿਆਨ ਹੈ। ਹੁਣ ਬਾਪ ਇਹ ਗਿਆਨ ਦਿੰਦੇ ਨੇ। ਨਵੀਂ ਤੇ ਪੁਰਾਣੀ ਦੁਨੀਆ ਦੇ ਵਿਚਕਾਰ ਫਿਰ ਇਹ ਪ੍ਰਾਇਲੋਪ ਹੋ ਜਾਂਦਾ ਹੈ। ਦੇਵਤਾਵਾਂ ਨੂੰ ਇਹ ਗਿਆਨ ਨਹੀਂ ਹੁੰਦਾ। ਜੇਕਰ ਇਹ ਚੱਕਰ ਦਾ ਗਿਆਨ ਹੋਵੇ ਫਿਰ ਰਾਜਾਈ ਦਾ ਮਜ਼ਾ ਹੀ ਨਾ ਆਵੇ। ਹੁਣ ਤੁਹਾਨੂੰ ਖਿਆਲ ਹੁੰਦਾ ਹੈ ਨਾ ਕਿ ਰਾਜ ਲੈ ਕੇ ਫਿਰ ਸਾਡੀ ਇਹ ਹਾਲਤ ਹੋਏਗੀ, ਪਰ ਇਹ ਤਾਂ ਡਰਾਮਾ ਬਣਿਆ ਹੋਇਆ ਹੈ। ਚੱਕਰ ਨੂੰ ਫਿਰਨਾ ਹੀ ਹੈ। ਵਰਲਡ ਦੀ ਹਿਸਟਰੀ ਜੀਓਗ੍ਰਾਫੀ ਰਿਪੀਟ ਹੋ ਰਹੀ ਹੈ। ਕਿਵੇਂ ਰਿਪੀਟ ਹੋ ਰਹੀ ਹੈ ਇਹ ਤੁਸੀਂ ਬੱਚੇ ਜਾਣਦੇ ਹੋ। ਇਹ ਹੈ ਮਨੁੱਖ ਸ੍ਰਿਸ਼ਟੀ। ਤੁਹਾਡੀ ਬੁੱਧੀ ਵਿੱਚ ਮੂਲ ਵਤਨ ਦਾ ਝਾੜ ਵੀ ਹੈ। ਸੈਕਸ਼ਨ ਸਭ ਦਾ ਵੱਖ-ਵੱਖ ਹੈ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਕਦੇ ਨਹੀਂ ਹੋਣਗੀਆਂ। ਕੋਈ ਸ਼ਾਸਤਰਾਂ ਵਿੱਚ ਇਹ ਲਿਖੀਆਂ ਹੋਈਆਂ ਨਹੀਂ ਨੇ। ਅਸੀਂ ਆਤਮਾ ਅਸਲ ਸ਼ਾਂਤੀ ਧਾਮ ਦੀ ਰਹਿਵਾਸੀ ਹਾਂ, ਅਵਿਨਾਸ਼ੀ ਹਾਂ। ਕਦੇ ਵਿਨਾਸ਼ ਨੂੰ ਨਹੀਂ ਪਾਉਂਦੇ। ਉਹ ਸਮਝਦੇ ਨੇ ਬੁੱਧਬੁਦਾ ਪਾਣੀ ਤੋਂ ਨਿਕਲ ਉਸ ਵਿੱਚ ਮਿਲ ਜਾਂਦਾ ਹੈ। ਤੁਹਾਡੀ ਬੁੱਧੀ ਵਿੱਚ ਸਾਰਾ ਰਾਜ ਹੈ। ਆਤਮਾ ਅਵਿਨਾਸ਼ੀ ਹੈ, ਜਿਸ ਵਿੱਚ ਸਾਰਾ ਪਾਠ ਨੁੰਦਿਆ ਹੋਇਆ ਹੈ। ਇਹ ਚੱਕਰ ਦੀ ਨੌਲੇਜ ਕੋਈ ਸ਼ਾਸਤਰਾਂ ਵਿੱਚ ਨਹੀਂ ਹੈ। ਭਾਵੇਂ ਕਿਤੇ ਸਵਾਸਤਿਕ ਦਿਖਾਉਂਦੇ ਨੇ, ਚੱਕਰ ਦੀ ਸਿਰਫ ਐਵੇਂ ਲਕੀਰਾਂ ਲਗਾ ਦਿੰਦੇ ਨੇ, ਜਿਸ ਤੋਂ ਸਿੱਧ ਹੁੰਦਾ ਹੈ ਕਈ ਧਰਮ ਸੀ। ਬਾਬਾ ਨੇ ਸਮਝਾਇਆ ਮੁੱਖ ਧਰਮ ਤੇ ਸ਼ਾਸਤਰ ਵੀ 4 ਨੇ। ਸਤਯੁਗ ਤ੍ਰੇਤਾ ਵਿੱਚ ਕੋਈ ਧਰਮ ਸਥਾਪਕ ਨਹੀਂ ਆਂਦਾ, ਨਾ ਉੱਥੇ ਕੋਈ ਧਰਮ ਸ਼ਾਸਤਰ ਹੁੰਦਾ ਹੈ। ਇਹ ਸਭ ਦੁਆਪਰ ਤੋਂ ਆਣੇ ਸ਼ੁਰੂ ਹੋਏ। ਫਿਰ ਵੇਖੋ ਕਿੰਨੀ ਵ੍ਰਿੱਧੀ ਹੁੰਦੀ ਜਾਂਦੀ ਹੈ। ਅੱਛਾ, ਗੀਤਾ ਕਦੋਂ ਸੁਣਾਈ ਗਈ? ਬਾਪ ਕਹਿੰਦੇ ਨੇ ਮੈਂ ਕਲਪ ਦੇ ਸੰਗਮ ਯੁਗੇ ਆਂਦਾ ਹਾਂ। ਉਹਨਾਂ ਨੇ ਕਲਪ ਅੱਖਰ ਕੱਢ ਸਿਰਫ ਸੰਗਮ ਯੁਗੇ ਲਿਖ ਦਿੱਤਾ। ਅਸਲ ਵਿੱਚ ਸੰਗਮ ਯੁਗੇ ਹੋਰ ਕੋਈ ਧਰਮ ਸਥਾਪਨ ਨਹੀਂ ਕਰਦੇ। ਐਵੇਂ ਨਹੀਂ ਤ੍ਰੇਤਾ ਦੇ ਅੰਤ, ਦੁਆਪਰ ਦੇ ਆਦਿ ਤੇ ਸੰਗਮ ਤੇ ਇਸਲਾਮੀ ਧਰਮ ਸਥਾਪਨ ਹੋਇਆ ਨਹੀਂ। ਕਹਾਂਗੇ ਦੁਆਪਰ ਵੀ ਸਥਾਪਨ ਹੋਇਆ। ਇਹ ਸੰਗਮ ਦਾ ਸੁਹਾਵਣਾ ਸਮੇਂ ਹੈ, ਜਿਸ ਨੂੰ ਕੁੰਭ ਕਹਿੰਦੇ ਨੇ। ਕੁੰਭ ਸੰਗਮ ਨੂੰ ਕਿਹਾ ਜਾਂਦਾ ਹੈ। ਇਹ ਹੈ ਆਤਮਾਵਾਂ ਤੇ ਪਰਮਾਤਮਾ ਦਾ ਮਿਲਣ ਦਾ ਸੰਗਮ। ਇਹ ਰੂਹਾਨੀ ਮੇਲਾ ਸੰਗਮ ਤੇ ਹੀ ਹੁੰਦਾ ਹੈ। ਉਹਨਾਂ ਨੇ ਪਾਣੀ ਦੀ ਗੰਗਾ ਦਾ ਨਾਮ ਬਾਲਾ ਕਰ ਦਿੱਤਾ। ਗਿਆਨ ਸਾਗਰ ਪਤਿਤ ਪਾਵਨ ਨੂੰ ਜਾਣਦੇ ਨਹੀਂ। ਉਸਨੇ ਕਿਵੇਂ ਪਤਿਤ ਦੁਨੀਆ ਨੂੰ ਪਾਵਨ ਬਣਾਇਆ, ਕੋਈ ਸ਼ਾਸਤਰਾਂ ਵਿੱਚ ਨਹੀਂ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਕਹਿੰਦੇ ਨੇ ਮਮੇਕਮ ਯਾਦ ਕਰੋ। ਦੇ ਸਭ ਧਰਮ ਤਿਆਗੋ। ਕਿਸ ਨੂੰ ਕਹਿੰਦੇ ਨੇ? ਆਤਮਾਵਾਂ ਨੂੰ। ਇਸ ਨੂੰ ਕਿਹਾ ਜਾਂਦਾ ਹੈ ਜਿਉਂਦੇ ਜੀ ਮਰਨਾ। ਮਨੁੱਖ ਸਰੀਰ ਛੱਡਦੇ ਨੇ, ਦੇ ਸਭ ਸੰਬੰਧ ਛੁੱਟ ਜਾਂਦੇ ਨੇ। ਬਾਪ ਕਹਿੰਦੇ ਨੇ ਜੋ ਵੀ ਦੇ ਸੰਬੰਧ ਨੇ ਉਹ ਸਭ ਨੂੰ ਛੱਡ
अपने आप ਨੂੰ आत्मा निश्चय करो। निश्चय आत्मिक बुद्धि बनो। जिन्ना जास्ती याद करोगे बृहस्पति की दशा होवेगी। ਜਾਂਚ ਕਰੋ ਅਸੀਂ ਸ਼ਿਵ ਬਾਬਾ ਨੂੰ ਕਿੰਨਾ ਯਾਦ ਕਰਦੇ ਹਾਂ। ਯਾਦ ਨਾਲ ਹੀ ਘਟ ਨਿਕਲਦੀ ਜਾਵੇਗੀ, ਤੁਹਾਨੂੰ ਖੁਸ਼ੀ ਹੋਵੇਗੀ। ਤੁਸੀਂ ਮਹਿਸੂਸ ਕਰ ਸਕਦੇ ਹੋ ਅਸੀਂ ਆਤਮਾ ਕਿੰਨਾ ਬਾਪ ਨੂੰ ਯਾਦ ਕਰਦੀਆਂ ਹਾਂ। ਜੇਕਰ ਘੱਟ ਯਾਦ ਕਰਾਂਗੇ ਘੱਟ ਵੀ ਘੱਟ ਨਿਕਲੇਗੀ, ਖੁਸ਼ੀ ਵੀ ਘੱਟ ਹੋਵੇਗੀ, ਪਦਵੀ ਵੀ ਘੱਟ ਪਾਵਾਂਗੇ। ਆਤਮਾ ਹੀ ਸਤੋ ਰਜੋ ਤਮੋ ਬੰਦੀ ਹੈ। ਇਸ ਸਮੇਂ ਦਾ ਹੀ ਗਾਇਨ ਹੈ ਕਿ ਸੁਖ ਪੁੱਛਣਾ ਹੋਵੇ ਅਤੇ ਇੰਦਰੀਆ ਤਾਂ ਗੋਪ ਗੋਪੀਆਂ ਦਾ ਪੁੱਛੋ। ਹੋਰ ਕੁਝ ਵੀ ਯਾਦ ਨਹੀਂ ਪੈਂਦਾ ਸਿਵਾਏ ਇੱਕ ਬਾਪ ਦੇ। ਤਦ ਹੀ ਖੁਸ਼ੀ ਦਾ ਪਾਰਾ ਚੜੇਗਾ। ਸਾਡੇ ਉੱਪਰ ਬ੍ਰਹਸਪਤੀ ਦੀ ਦਸ਼ਾ ਸਤਿਗੁਰੂ ਦੀ ਦਸ਼ਾ ਹੈ। ਇਹ ਕਦੇ ਖੁਸ਼ੀ ਗੁੰਮ ਹੋ ਜਾਂਦੀ ਹੈ ਤਾਂ ਕਹਿੰਦੇ ਨੇ ਬ੍ਰਹਸਪਤੀ ਦੀ ਦਸ਼ਾ ਬਦਲ, ਰਾਹੂ ਦੀ ਦਸ਼ਾ ਬੈਠ ਗਈ। ਕੋਈ ਬਹੁਤ ਸਾਹੂਕਾਰ ਹੁੰਦੇ ਨੇ, ਕੋਈ ਸੱਟਾ ਲਗਾਇਆ, ਦਿਵਾਲਾ ਨਿਕਲ ਗਿਆ। ਭਾਰਤ ਵਿੱਚ ਜਦੋਂ ਗ੍ਰਹਿਣ ਲੱਗਦਾ ਹੈ ਤਾਂ ਕਹਿੰਦੇ ਨੇ ਦੇ ਦਾਨ ਤਾਂ ਛੂਟੇ ਗ੍ਰਹਿਣ। ਤੁਹਾਡਾ ਦੇਵੀ ਦੇਵਤਾ ਧਰਮ 16 ਕਲਾ ਸੰਪੂਰਨ ਸੀ, ਉਸ ਨੂੰ ਗ੍ਰਹਿਣ ਲੱਗਿਆ ਹੋਇਆ ਹੈ, ਰਾਹੂ ਦੀ ਦਸ਼ਾ ਬੈਠਦੀ ਹੈ। ਇਸ ਲਈ ਦੇਵਤਾਵਾਂ ਦੇ ਅੱਗੇ ਜਾ ਕੇ ਗਾਉਂਦੇ ਨੇ ਤੁਸੀਂ ਸਰਵਗੁਣ ਸੰਪੰਨ, ਅਸੀਂ ਪਾਪੀ ਕਪਟੀ ਹਾਂ। ਹੁਣ ਤੁਸੀਂ ਸਮਝਦੇ ਹੋ ਰਾਹੂ ਦਾ ਗ੍ਰਹਿਣ ਲੱਗਣ ਨਾਲ ਅਸੀਂ ਸਭ ਕਾਲੇ ਬਣ ਗਏ ਹਾਂ। ਚੰਦਰਮਾ ਦੀ ਪਿਛਾੜੀ ਵਿੱਚ ਲਕੀਰ ਜਾ ਕੇ ਰਹਿੰਦੀ ਹੈ। ਬਾਪ ਸਮਝਾਉਂਦੇ ਨੇ ਤੁਸੀਂ ਦੇਵੀ ਦੇਵਤਾ ਧਰਮ ਦੇ ਚਿੱਤਰ ਵੇਖਦੇ ਹੋ। ਗੀਤਾ ਵੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਦਾ ਸ਼ਾਸਤਰ ਹੈ, ਪਰ ਕੋਈ ਆਪਣੇ ਧਰਮ ਨੂੰ ਨਹੀਂ ਜਾਣਦੇ। ਰਿਲੀਜੀਅਸ ਹੈਡ ਦੀ ਕਾਨਫਰੰਸ ਕਰਦੇ ਨੇ, ਤੁਸੀਂ ਉੱਥੇ ਵੀ ਸਮਝਾ ਸਕਦੇ ਹੋ ਈਸ਼ਵਰ ਸਰਵਿਆਪੀ ਨਹੀਂ ਹੈ, ਉਹ ਤਾਂ ਬੇਹੱਦ ਦਾ ਬਾਪ ਹੈ। ਆ ਕੇ ਬੱਚਿਆਂ ਨੂੰ ਵਰਸਾ ਦਿੰਦੇ ਨੇ। ਸਾਧੂ ਸੰਤ ਤੋਂ ਵਰਸਾ ਨਹੀਂ ਮਿਲਦਾ ਤਾਂ ਮੰਨਣਗੇ ਕਿਵੇਂ? ਤੁਹਾਨੂੰ ਵਰਸਾ ਮਿਲਦਾ ਹੈ। ਮੁੱਖ ਗੱਲ ਇਹ ਸਿੱਧ ਕਰਨ ਦੀ ਹੈ ਕਿ ਈਸ਼ਵਰ ਸਰਵਿਆਪੀ ਨਹੀਂ ਹੈ। शिव जयंती हुंदी है, शिव जयंती कहो, रुद्र जयंती कहो। रुद्र ਇਹ ਗਿਆਨ ਯੱਗ ਰਚਦੇ ਨੇ, ਹੈ ਤਾਂ शिव ਉਹੀ ਗੀਤਾ ਗਿਆਨ ਯੱਗ ਹੈ ਜਿਸ ਤੋਂ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ। ਪ੍ਰੈਕਟੀਕਲ ਵਿੱਚ ਤੁਸੀਂ ਵੇਖਦੇ ਹੋ ਕਿਵੇਂ ਨਿਰਾਕਾਰ ਬਾਬਾ ਨੇ ਰੁद्र ਗਿਆਨ ਯੱਗ ਰਚਿਆ ਹੈ। ਸਾਕਾਰ ਤਾਂ ਕੁਝ ਕਰ ਨਾ ਸਕਣ। ਇਹ ਬੇਹੱਦ ਦਾ ਯੱਗ ਹੈ। ਇਸ ਵਿੱਚ ਸਾਰੀ ਪੁਰਾਣੀ ਦੁਨੀਆ ਸਵਾਹ ਹੋਣੀ ਹੈ। ਬਾਕੀ ਤਾਂ ਉਹ ਸਭ ਨੇ ਜਿਸਮਾਨੀ ਯੱਗ। ਕਿੰਨਾ ਰਾਤ ਦਿਨ ਦਾ ਫਰਕ ਹੈ। ਬਾਪ ਕਹਿੰਦੇ ਨੇ ਇਹ ਰੁद्र ਗਿਆਨ ਯੱਗ ਹੈ, ਵਿਨਾਸ਼ ਵੀ ਹੋਣਾ ਹੈ। ਤੁਸੀਂ ਜਦ ਪਾਸ ਹੋ ਜਾਓਗੇ, ਪੂਰਾ ਯੋਗੀ ਗਿਆਨੀ ਬਣ ਜਾਓਗੇ, ਫਿਰ ਤੁਹਾਡੇ ਲਈ ਨਵੀਂ ਦੁਨੀਆ ਸਵਰਗ ਚਾਹੀਦੀ ਹੈ। ਨਰਕ ਦਾ ਵਿਨਾਸ਼ ਜ਼ਰੂਰ ਹੋਣਾ ਚਾਹੀਦਾ ਹੈ। ਰਾਜਸਵ ਅਸ਼ਵਮੇਘ ਅੱਖਰ ਠੀਕ ਹੈ, ਘੋੜੇ ਨੂੰ ਸਵਾਹ ਕਰਦੇ ਨੇ। ਅਸਲ ਵਿੱਚ ਤੁਹਾਡਾ ਇਹ ਸਰੀਰ ਹੈ ਰੱਥ। ਇੱਕ ਦਕਸ਼ ਪ੍ਰਜਾਪਿਤਾ ਦਾ ਵੀ ਯੱਗ ਰਚਦੇ ਨੇ, ਉਹਨਾਂ ਦੀ ਵੀ ਕਹਾਣੀ ਦੱਸੀ ਹੈ। ਹੁਣ ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸਾਨੂੰ ਵ੍ਰਿਕਸ਼ਪਤੀ ਬਾਪ ਪੜ੍ਹਾ ਰਹੇ ਨੇ। ਸਾਡੇ ਉੱਪਰ ਬ੍ਰਹਸਪਤੀ ਦੀ ਦਸ਼ਾ ਹੈ। ਸਾਡੀ ਅਵਸਥਾ ਬਹੁਤ ਚੰਗੀ ਹੈ। ਫਿਰ ਚਲਦੇ ਚਲਦੇ ਲਿਖਦੇ ਨੇ ਬਾਬਾ ਅਸੀਂ ਤਾਂ ਮੂੰਝ ਗਏ ਹਾਂ। ਪਹਿਲੇ ਅਸੀਂ ਬੜੇ ਖੁਸ਼ੀ ਵਿੱਚ ਸੀ, ਪਰ ਪਤਾ ਨਹੀਂ ਕੀ ਹੋ ਗਿਆ। ਇੱਥੇ ਆ ਕੇ ਬਾਪ ਦਾ ਬਣਨਾ ਬਹੁਤ ਵੱਡੀ ਯਾਤਰਾ ਹੈ। ਕਿਤੇ ਤੀਰਥਾਂ ਤੇ ਜਾਂਦੇ ਨੇ, ਕਿੰਨਾ ਪੈਸਾ ਖਰਚਾ ਕਰਦੇ ਨੇ। ਇੱਥੇ ਤਾਂ ਦਾਨ ਕਰਨ ਦੀ ਗੱਲ ਹੀ ਨਹੀਂ, ਇਹਨਾਂ ਵਿੱਚ ਕੁਝ ਵੀ ਪੈਸਾ ਖਰਚ ਨਹੀਂ ਕਰਨਾ। ਉਹ ਹੈ ਜਿਸਮਾਨੀ ਯਾਤਰਾਵਾਂ, ਤੁਹਾਡੀ ਹੈ ਰੂਹਾਨੀ ਯਾਤਰਾ। ਜਿਸਮਾਨੀ ਯਾਤਰਾ ਤੋਂ ਫਾਇਦਾ ਕੁਝ ਨਹੀਂ। ਗੀਤ ਵਿੱਚ ਸੁਣਿਆ ਨਾ, ਚਾਰੋਂ ਪਾਸੇ ਲਗਾਏ ਫੇਰੇ, ਫਿਰ ਵੀ ਜਨਮ ਜਨਮਾਂਤਰ ਦੂਰ ਰਹੇ। ਹੁਣ ਤੁਸੀਂ ਸਮਝਦੇ ਹੋ ਕਿੰਨੀਆਂ ਢੇਰ ਯਾਤਰਾਵਾਂ ਕੀਤੀਆਂ ਹੋਣਗੀਆਂ। ਕਿਤੇ ਨਾ ਕਿਤੇ ਮਨੁੱਖ ਜਾਂਦੇ ਜ਼ਰੂਰ ਨੇ। ਹਰਿਦੁਆਰ ਵਿੱਚ ਗੰਗਾ ਜੀ ਦੇ ਕਿਨਾਰੇ ਜ਼ਰੂਰ ਜਾਂਦੇ ਨੇ। ਪਤਿਤ ਪਾਵਨੀ ਗੰਗਾ ਨੂੰ ਸਮਝਦੇ ਨੇ ਨਾ। ਹੁਣ ਅਸਲ ਵਿੱਚ ਤੁਸੀਂ ਹੋ ਸੱਚੀ ਸੱਚੀ ਗਿਆਨ ਗੰਗਾਵਾਂ। ਤੁਹਾਡੇ ਕੋਲ ਬਹੁਤ ਆ ਕੇ ਗਿਆਨ ਸਨਾਨ ਕਰਦੇ ਨੇ। ਬਾਬਾ ਨੇ ਸਮਝਾਇਆ ਸਤਿਗੁਰੂ ਇੱਕ ਹੀ ਹੈ, ਸਰਵਦਾ ਸਦਗਤੀ ਦਾਤਾ। ਇੱਕ ਸਤਿਗੁਰੂ ਦੇ ਸਿਵਾਏ ਹੋਰ ਕੋਈ ਗੁਰੂ ਨਹੀਂ। ਬਾਬਾ ਕਹਿਣ ਮੈਂ ਤੁਹਾਨੂੰ ਕਲਪ ਕਲਪ ਸੰਗਮ ਯੁਗ ਤੇ ਆ ਕੇ ਸਦਗਤੀ ਤੇ ਪੁਜਾਰੀ ਤੋਂ ਪੂਜਯ ਬਣਾਉਂਦਾ ਹਾਂ। ਫਿਰ ਤੁਸੀਂ ਪੁਜਾਰੀ ਬਣ ਦੁਖੀ ਬਣ ਜਾਂਦੇ ਹੋ। ਇਹ ਵੀ ਤੁਹਾਨੂੰ ਹੁਣ ਪਤਾ ਪਿਆ ਹੈ। ਬਰੋਬਰ ਅੱਧਾ ਕਲਪ ਸਾਡਾ ਰਾਜ ਚੱਲਦਾ ਹੈ। ਫਿਰ ਦੁਆਪਰ ਵਿੱਚ ਅਸੀਂ ਸੋ ਦੇਵੀ ਦੇਵਤਾ ਵਾਮ ਮਾਰਗ ਵਿੱਚ ਚਲੇ ਜਾਵਾਂਗੇ। ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਉਦੋਂ ਤੋਂ ਵਾਮ ਮਾਰਗ ਸ਼ੁਰੂ ਹੁੰਦਾ ਹੈ। ਉਹਨਾਂ ਦੀਆਂ ਨਿਸ਼ਾਨੀਆਂ ਵੀ ਦਿੱਤੀਆਂ ਨੇ। ਜਗਨਨਾਥ ਮੰਦਿਰ ਵਿੱਚ ਜਾਓ, ਅੰਦਰ ਕਾਲੀ ਮੂਰਤ ਹੈ, ਬਾਹਰ ਵਿਚਕਾਰ ਦੇਵਤਾਵਾਂ ਦੇ ਗੰਦੇ ਚਿੱਤਰ ਨੇ।
उस समय अपने आप ਨੂੰ ਥੋੜੀ ਸਮਝ ਚਾਹੁੰਦਾ ਹੈ ਕਿ ਇਹ ਕੀ ਹੈ। ਵਿਕਾਰੀ ਮਨੁੱਖ ਵਿਕਾਰੀ ਦ੍ਰਿਸ਼ਟੀ ਨਾਲ ਵੇਖਣਗੇ ਤਾਂ ਸਮਝਦੇ ਸੀ ਦੇਵਤਾ ਵੀ ਵਿਕਾਰੀ ਸੀ। ਇਹ ਲਿਖਿਆ ਹੋਇਆ ਹੈ ਕਿ ਦੇਵਤਾ ਵਾਮ ਮਾਰਗ ਵਿੱਚ ਜਾਂਦੇ ਨੇ। ਡਰੈਸ ਤਾਂ ਦੇਵਤਾਵਾਂ ਦੀ ਦਿੱਤੀ ਹੋਈ ਹੈ। ਇੱਥੇ ਦਿਲਵਾੜਾ ਮੰਦਿਰ ਵਿੱਚ ਜਾਓ, ਉੱਪਰ ਵਿੱਚ ਸਵਰਗ ਲੱਗਿਆ ਹੋਇਆ ਹੈ, ਥੱਲੇ ਤਪੱਸਿਆ ਵਿੱਚ ਬੈਠੇ ਨੇ। ਇਹਨਾਂ ਸਭ ਰਾਜਾਂ ਨੂੰ ਹੋਰ ਕੋਈ ਨਹੀਂ ਜਾਣਦੇ। ਬਾਬਾ ਤਾਂ ਅਨੁਭਵੀ ਰੱਥ ਲਿੱਤਾ ਹੈ ਨਾ। ਤੁਸੀਂ ਬੱਚੇ ਹੁਣ ਸਮਝ ਰਹੇ ਹੋ, ਆਤਮਾਵਾਂ ਪਰਮਾਤਮਾ ਵੱਖ ਰਹੇ ਬਹੁਕਾਲ। ਤੁਸੀਂ ਜੋ ਪਹਿਲੇ ਵੱਖ ਹੋਏ, ਤੁਸੀਂ ਪਹਿਲੇ ਆ ਕੇ ਮਿਲਦੇ ਹੋ। ਸਤਯੁਗ ਦਾ ਫਸਟ ਪ੍ਰਿੰਸ ਹੈ ਸ਼੍ਰੀ ਕ੍ਰਿਸ਼ਨ। ਕ੍ਰਿਸ਼ਨ ਦਾ ਬਾਪ ਵੀ ਤਾਂ ਹੋਵੇਗਾ ਨਾ। ਕ੍ਰਿਸ਼ਨ ਦੇ ਮਾਂ-ਬਾਪ ਦਾ ਇੰਨਾ ਕੁਝ ਨਹੀਂ ਵਿਖਾਉਂਦੇ, ਸਿਰਫ ਵਿਖਾਉਂਦੇ ਨੇ ਮੱਥੇ ਤੇ ਰੱਖ ਕੇ ਨਦੀ ਤੋਂ ਉਸ ਪਾਰ ਲੈ ਗਿਆ। ਰਾਜਾਈ ਆਦਿ ਕੁਝ ਨਹੀਂ ਵਿਖਾਈ। ਉਹਨਾਂ ਦੇ ਬਾਪ ਦੀ ਮਹਿਮਾ ਕਿਉਂ ਨਹੀਂ ਹੈ, ਹੁਣ ਤੁਸੀਂ ਜਾਣਦੇ ਹੋ। ਇਸ ਸਮੇਂ ਕ੍ਰਿਸ਼ਨ ਦੀ ਆਤਮਾ ਨੇ ਚੰਗੀ ਰੀਤੀ ਪੜ੍ਹਾਈ ਕੀਤੀ, ਜਿਸ ਕਾਰਨ ਮਾਂ-ਬਾਪ ਤੋਂ ਵੀ ਉੱਚਾ ਪਦ ਪਾਇਆ। ਤੁਸੀਂ ਸਮਝਦੇ ਹੋ, ਅਸੀਂ ਸ਼੍ਰੀ ਕ੍ਰਿਸ਼ਨ ਦੀ ਰਾਜਧਾਨੀ ਵਿੱਚ ਸੀ, ਸਵਰਗ ਵਿੱਚ ਸੀ, ਫਿਰ ਅਸੀਂ ਚੰਦਰਵੰਸ਼ੀ ਬਣੇ। ਹੁਣ ਸੂਰਜਵੰਸ਼ੀ ਬਣਨ ਦੇ ਲਈ ਸ਼੍ਰੀਮਤ ਤੇ ਚੱਲ, ਪਾਵਨ ਬਣ, ਪਾਵਨ ਦੁਨੀਆ ਦੇ ਮਾਲਿਕ ਬਣਾਂਗੇ। ਹਰ ਇੱਕ ਆਪਣੀ ਅਵਸਥਾ ਨੂੰ ਵੇਖ ਸਕਦੇ ਹੋ। ਜੇ ਇਸ ਸਮੇਂ ਅਸੀਂ ਸਰੀਰ ਛੱਡਾਂਗੇ ਤਾਂ ਕੀ ਬਣਾਂਗੇ, ਕਿਸ ਗਤੀ ਨੂੰ ਪਾਵਾਂਗੇ, ਹਰ ਇੱਕ ਸਮਝ ਸਕਦਾ ਹੈ। ਜਿੰਨਾ ਬਾਪ ਨੂੰ ਯਾਦ ਕਰੋਗੇ ਓਨੇ ਵਿਕਰਮ ਵਿਨਾਸ਼ ਹੋਣਗੇ। ਮਨੁੱਖ ਦੇ ਉੱਪਰ ਕੋਈ ਆਫਤ ਜਾਂ ਦੁੱਖ ਆਂਦਾ ਹੈ, ਦੀਵਾਲਾ ਨਿਕਾਲਦੇ ਨੇ ਤਾਂ ਸਾਧੂਆਂ ਦਾ ਜਾ ਕੇ ਸੰਗ ਕਰਦੇ ਨੇ। ਫਿਰ ਮਨੁੱਖ ਸਮਝਦੇ ਨੇ ਇਹ ਤਾਂ ਭਗਤ ਆਦਮੀ ਹੈ, ਠੱਗੀ ਥੋੜੀ ਕਰੇਗਾ। ਐਵੇਂ ਵੀ 2-4 ਵਰੇ ਬਹੁਤ ਧਨਵਾਨ ਹੋ ਜਾਂਦੇ ਨੇ। ਉਹਨਾਂ ਕੋਲ ਬਹੁਤ ਛਿਪੇ ਹੋਏ ਪੈਸੇ ਹੁੰਦੇ ਨੇ। ਹਰ ਇੱਕ ਪ੍ਰਾਣੀ ਬੁੱਧੀ ਨਾਲ ਸਮਝ ਸਕਦੇ ਨੇ। ਤੁਹਾਡੇ ਵਿੱਚ ਵੀ ਬਹੁਤ ਨੇ ਜੋ ਬਹੁਤ ਘੱਟ ਯਾਦ ਕਰਦੇ ਨੇ। ਇਸ ਲਈ ਬਾਬਾ ਕਹਿਣ, ਆਪਣਾ ਕਲਿਆਣ ਕਰਨਾ ਚਾਹੁੰਦੇ ਹੋ, ਆਪਣੇ ਕੋਲ ਨੋਟਬੁੱਕ ਰੱਖੋ, ਚਾਰਟ ਨੋਟ ਕਰੋ। ਅਸੀਂ ਸਾਰੇ ਦਿਨ ਵਿੱਚ ਕਿੰਨਾ ਸਮਾਂ ਯਾਦ ਵਿੱਚ ਰਹੇ। ਮਨੁੱਖ ਤਾਂ ਸਾਰੇ ਜੀਵਨ ਦੀ ਹਿਸਟਰੀ ਲਿਖਦੇ ਨੇ। ਤੁਹਾਨੂੰ ਤਾਂ ਸਿਰਫ ਯਾਦ ਦਾ ਚਾਰਟ ਲਿਖਣਾ ਹੈ, ਆਪਣੀ ਉન્નਤੀ ਕਰਨੀ ਹੈ। ਬਾਬਾ ਨੂੰ ਯਾਦ ਨਹੀਂ ਕਰੋਗੇ ਤਾਂ ਉੱਚ ਪਦਵੀ ਨਹੀਂ ਪਾ ਸਕੋਗੇ। ਵਿਕਰਮ ਵਿਨਾਸ਼ ਨਹੀਂ ਹੋਣਗੇ ਤਾਂ ਉੱਚ ਪਦਵੀ ਕਿਵੇਂ ਪਾਓਗੇ। ਫਿਰ ਸਜ਼ਾਵਾਂ ਖਾਣੀਆਂ ਪੈਣਗੀਆਂ। ਮੋਚਰਾ ਜੋ ਨਹੀਂ ਖਾਓਗੇ ਤਾਂ ਪਦਵੀ ਵੀ ਚੰਗੀ ਮਿਲੇਗੀ। ਮੋਚਰਾ ਖਾ ਕੇ ਫਿਰ ਥੋੜਾ ਬਹੁਤ ਪਦਵੀ ਪਾਣਾ, ਉਹ ਕਿਸ ਕੰਮ ਦਾ। ਧਰਮ ਰਾਤ ਦਾ ਮੋਚਰਾ ਨਾ ਖਾਈਏ, ਬੇਇੱਜ਼ਤੀ ਨਾ ਹੋਈ, ਇਹ ਪੁਰਸ਼ਾਰਥ ਕਰਨਾ ਹੈ। ਤੁਸੀਂ ਵੇਖਦੇ ਹੋ ਸ਼ਿਵ ਬਾਬਾ ਬੈਠਾ ਰਹਿੰਦਾ ਹੈ, ਫਿਰ ਉਹ ਧਰਮ ਰਾਜ ਵੀ ਹੈ। ਤੁਹਾਨੂੰ ਸਭ ਸਾਖਸ਼ਾਤਕਾਰ ਕਰਾਉਂਦੇ ਨੇ, ਤੁਸੀਂ ਇਹ ਕੀਤਾ ਯਾਦ ਹੈ। ਹੁਣ ਖਾਓ ਸਜ਼ਾ। ਫਿਰ ਉਸ ਸਮੇਂ ਸਜ਼ਾਵਾਂ ਓਨੀਆਂ ਹੀ ਖਾਂਦੇ ਨੇ ਜਿੰਨੀਆਂ ਜਨਮ ਜਨਮਾਂਤਰ ਖਾਂਦੇ ਸੀ। ਪਿਛਾੜੀ ਵਿੱਚ ਥੋੜਾ ਰੋਟੀ ਟੁੱਕੜ ਮਿਲਿਆ, ਉਸ ਤੋਂ ਕੀ ਫਾਇਦਾ। ਮੋਚਰਾ ਤਾਂ ਨਹੀਂ ਖਾਣਾ ਚਾਹੀਦਾ ਨਾ, ਸਜ਼ਾ ਨਹੀਂ ਖਾਣੀ ਚਾਹੀਦੀ। ਆਪਣੀ ਅਵਸਥਾ ਦੀ ਜਾਂਚ ਕਰਨੀ ਹੈ। ਜਿਵੇਂ ਪੋਤਾ ਮਿਲ ਕੱਢਦੇ ਨੇ, ਕੋਈ 6 ਮਹੀਨੇ ਦਾ, ਕੋਈ 12 ਮਹੀਨੇ ਦਾ, ਕਈ ਤਾਂ ਰੋਜ਼ ਦਾ ਵੀ ਕੱਢਦੇ ਨੇ। ਬਾਬਾ ਕਹਿਣ, ਤੁਸੀਂ ਵਪਾਰੀ ਹੋ, ਕੋਈ ਵਿਰਲਾ ਵਪਾਰ ਬੇਹੱਦ ਦੇ ਬਾਪ ਨਾਲ ਕਰੇ। ਧਨ ਨਹੀਂ, ਧਨ ਮਨ ਤਾਂ ਹੈ ਨਾ, ਉਸ ਨੂੰ ਵੀ ਸਰਾਫ ਕਹਿੰਦੇ ਨੇ। ਮੱਟਾ ਸੱਟਾ ਕਰਦੇ ਨੇ ਨਾ। ਤੁਸੀਂ ਤਨ ਮਨ ਧਨ ਦਿੰਦੇ ਹੋ, ਰਿਟਰਨ ਵਿੱਚ 21 ਜਨਮਾਂ ਦੇ ਲਈ ਕਿੰਨਾ ਵਰਸਾ ਪਾਉਂਦੇ ਹੋ। ਬਾਬਾ, ਮੈਂ ਤਾਂ ਆਪ ਦਾ ਹਾਂ, ਅਜਿਹੀ ਯੁਕਤੀ ਦੱਸੋ ਜੋ ਸਾਡੀ ਆਤਮਾ ਸਰੀਰ ਇਹਨਾਂ ਲక్ష్ਮੀ ਨਾਰਾਇਣ ਵਰਗਾ ਪਾਵਨ ਬਣ ਜਾਵੇ। ਬਾਬਾ ਕਹਿਣ, ਮੈਂ ਤੁਹਾਨੂੰ ਕਿੰਨਾ ਗੋਰਾ ਬਣਾਉਂਦਾ ਹਾਂ, ਇੱਕਦਮ ਰੂਪ ਹੀ ਬਦਲ ਦਿੰਦਾ ਹਾਂ। ਦੂਜੇ ਜਨਮ ਵਿੱਚ ਤੁਹਾਨੂੰ ਫਸਟ ਕਲਾਸ ਸਰੀਰ ਮਿਲੇਗਾ। ਤੁਸੀਂ ਵੈਕੁੰਠ ਵਿੱਚ ਵੇਖਦੇ ਹੋ, ਤੁਸੀਂ ਜਾਣਦੇ ਹੋ। ਇਹ ਮੰਮਾ ਬਾਬਾ ਫਿਰ ਲక్ష్ਮੀ ਨਾਰਾਇਣ ਬਣਨਗੇ। ਏਮ ਆਬਜੈਕਟ ਵੀ ਵਿਖਾਉਂਦੇ ਨੇ, ਜੋ ਜਿੰਨਾ ਪੁਰਸ਼ਾਰਥ ਕਰੇ। ਜੇਕਰ ਪੁਰਸ਼ਾਰਥ ਪੂਰਾ ਨਹੀਂ ਕਰੋਗੇ, ਧੰਮ ਚੱਕਰ ਮਚਾਓਗੇ ਤਾਂ ਆਪਣੀ ਹੀ ਪਦਵੀ ਭ੍ਰਸ਼ਟ ਕਰੋਗੇ। ਅੱਛਾ, ਮਿੱਠੀ ਮਿੱਠੀ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਆਪਣੀ ਅਵਸਥਾ ਦੀ ਜਾਂਚ ਆਪੇ ਹੀ ਕਰਨੀ ਹੈ। ਆਪਣੇ ਕਲਿਆਣ ਦੇ ਲਈ ਡੇਲੀ ਡਾਇਰੀ ਰੱਖਣੀ ਹੈ, ਜਿਸ ਵਿੱਚ ਯਾਦ ਦਾ ਚਾਰਟ ਨੋਟ ਕਰਨਾ ਹੈ। ਦੂਜਾ, ਬੇਹੱਦ ਦੇ ਬਾਪ ਨਾਲ ਸੱਚਾ ਵਪਾਰ ਕਰਨਾ ਹੈ। ਆਪਣਾ ਤਨ ਮਨ ਧਨ ਬਾਪ ਹਵਾਲੇ ਕਰ,
21 ਜਨਮਾਂ ਦੇ ਲਈ ਰਿਟਰਨ ਲੈਣਾ ਹੈ। ਨਿਸ਼ਚੈ ਬੁੱਧੀ ਬਨ ਆਪਣਾ ਕਲਿਆਣ ਕਰਨਾ ਹੈ। ਵਰਦਾਨ ਹੈ, ਪਹਿਲੀ ਸ਼੍ਰੀਮਤ ਤੇ ਵਿਸ਼ੇਸ਼ ਅਟੈਂਸ਼ਨ ਦੇ ਫਾਊਂਡੇਸ਼ਨ ਨੂੰ ਮਜ਼ਬੂਤ ਬਣਾਉਣ ਵਾਲੇ ਸਹਿਜ ਯੋਗੀ ਭਵ। ਪਹਿਲੀ ਸ਼੍ਰੀਮਤ ਤੇ ਵਿਸ਼ੇਸ਼ ਅਟੈਂਸ਼ਨ ਦੇ ਫਾਊਂਡੇਸ਼ਨ ਨੂੰ ਮਜ਼ਬੂਤ ਬਣਾਉਣ ਵਾਲੇ ਸਹਿਜ ਯੋਗੀ ਭਵ। ਬਾਪ ਦਾਦਾ ਦੀ ਨੰਬਰ 1 ਸ਼੍ਰੀਮਤ ਹੈ, ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਜੋ ਆਤਮਾ ਦੀ ਬਜਾਏ ਆਪਣੇ ਆਪ ਨੂੰ ਸਾਧਾਰਨ ਸ਼ਰੀਰਧਾਰੀ ਸਮਝਦੇ ਨੇ ਤਾਂ ਯਾਦ ਟਿਕ ਨਹੀਂ ਸਕਦੀ। ਉਵੇਂ ਵੀ ਕੋਈ ਦੋ ਚੀਜ਼ਾਂ ਨੂੰ ਜਦ ਜੋੜਿਆ ਜਾਂਦਾ ਹੈ ਪਹਿਲੇ ਸਮਾਨ ਬਣਾਉਂਦੇ ਨੇ, ਐਵੇਂ ਆਤਮਾ ਸਮਝ ਕੇ ਯਾਦ ਕਰੋ ਤਾਂ ਯਾਦ ਸਹਿਜ ਹੋ ਜਾਵੇਗੀ। ਇਹ ਸ਼੍ਰੀਮਤ ਹੀ ਮੁੱਖ ਫਾਊਂਡੇਸ਼ਨ ਹੈ। ਇਸ ਗੱਲ ਤੇ ਬਾਰ-ਬਾਰ ਅਟੈਂਸ਼ਨ ਦਿਓ ਤਾਂ ਸਹਿਜ ਯੋਗੀ ਬਣ ਜਾਓਗੇ। ਸਲੋਗਨ ਹੈ, ਕਰਮ ਆਤਮਾ ਦਾ ਦਰਸ਼ਨ ਕਰਾਉਣ ਵਾਲਾ ਦਰਪਣ ਹੈ। ਇਸ ਲਈ ਕਰਮ ਦੁਆਰਾ ਸ਼ਕਤੀ ਸਰੂਪ ਨੂੰ ਪ੍ਰਤੱਖ ਕਰੋ। ਕਰਮ ਆਤਮਾ ਦਾ ਦਰਸ਼ਨ ਕਰਾਉਣ ਵਾਲਾ ਦਰਪਣ ਹੈ, ਸ਼ੀਸ਼ਾ ਹੈ। ਇਸ ਲਈ ਕਰਮ ਦੁਆਰਾ ਸ਼ਕਤੀ ਸਰੂਪ ਨੂੰ ਪ੍ਰਤੱਖ ਕਰੋ। ਅੱਛਾ, ਓਮ ਸ਼ਾਂਤੀ।